ਹੈਲੋ ਸਟੂਡੈਂਟਸ। ਹਾਂਜੀ ਬੇਟੇ, ਆਪਾਂ ਸ਼ੁਰੂ ਕੀਤਾ ਹੈ ਪੀ ਬਲੋਕ ਐਲੀਮੈਂਟਸ। ਉਹਦੇ ਵਿੱਚ ਆਪਾਂ ਗਰੁੱਪ 16 ਐਲੀਮੈਂਟਸ ਬਾਰੇ ਪੜ੍ਹ ਆਏ ਹਾਂ, ਆਕਸੀਜਨ ਫੈਮਿਲੀ ਬਾਰੇ। ਨੈਕਸਟ ਬੇਟੇ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਗਰੁੱਪ 17 ਐਲੀਮੈਂਟਸ ਦੀ ਹੈਲੋਜਨ ਫੈਮਿਲੀ। ਜਨਰਲ ਇੰਟਰੋਡਕਸ਼ਨ ਕੀ ਹੈ ਬੇਟੇ? ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਐਲੀਮੈਂਟਸ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ ਵੀ ਕਿਹੜੇ ਕਿਹੜੇ ਹੁੰਦੇ ਆ। ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਐਂਡ ਐਂਟੀਸਾਈਨਸ। ਦੇ all are non metallic elements are collectively named as halogens। ਇਹਨੂੰ ਆਪਾਂ ਹੈਲੋਜਨ ਕਹਿ ਦਿੰਦੇ ਹਾਂ, ਠੀਕ ਹੈ ਜੀ। ਹੈਲੋਜਨਸ ਕਿਉਂ ਨਾਮ ਪਿਆ? ਹੈਲੋ ਮਤਲਬ ਸੀ ਸਾਲਟ, ਜੀਨਸ ਮਤਲਬ ਪ੍ਰੋਡਿਊਸਿੰਗ, ਠੀਕ ਹੈ। ਜਿਹੜੇ ਸੀ ਸਾਲਟ ਤੋਂ ਪ੍ਰੋਡਿਊਸ ਹੁੰਦੇ ਆ ਹੈਲੋਜਨਸ। ਅਕਰੈਂਸ ਹੈਲੋਜਨਸ ਬਹੁਤ ਜ਼ਿਆਦਾ ਰਿਐਕਟਿਵ ਹੁੰਦੇ ਆ, ਜਿੰਦੀ ਵਜ੍ਹਾ ਨਾਲ ਫ੍ਰੀ ਸਟੇਟ ਜਾਂ ਨੈਗੇਟਿਵ ਸਟੇਟ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੇ। ਇਹ ਹਮੇਸ਼ਾ ਆਪਾਂ ਨੂੰ ਕੰਬਾਈਨਡ ਸਟੇਟ ਦੇ ਵਿੱਚ ਮਿਲਦੇ ਆ ਅਤੇ ਆਦਿ ਡਾਇਆਟੋਮਿਕ ਫਾਰਮ ਦੇ ਵਿੱਚ ਮਿਲਦੇ ਆ, ਠੀਕ ਹੈ ਬੇਟੇ। ਇਲੈਕਟ੍ਰੋਨਿਕ ਕਨਫੀਗਰੇਸ਼ਨ। ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ ਇਹਨਾਂ ਦੀ? NS2NP5, ਠੀਕ ਹੈ ਬੇਟੇ। ਅਤੇ N ਦੀ ਵੈਲਿਊ 2 ਤੋਂ ਲੈ ਕੇ 6 ਤੱਕ ਹੁੰਦੀ ਹੈ ਇਹਨਾਂ ਦੀ। ਜਿਵੇਂ ਕਿ ਇੱਥੇ ਆਪਾਂ ਨੂੰ ਦਿਖਾ ਰਿਹਾ ਇਲੈਕਟ੍ਰੋਨਿਕ ਕਨਫੀਗਰੇਸ਼ਨ ਐਂਡ ਆਕਸੀਜਨ ਸਟੇਟ ਆਫ ਹੈਲੋਜਨਸ। ਫਲੋਰੀਨ ਐਟੋਮਿਕ ਨੰਬਰ 9 1s2 2s2 2p5। ਦੇਖੋ ਬੇਟੇ, ਹਰ ਇੱਕ ਦੇ ਲਾਸਟ ਦੇ ਵਿੱਚ 5 ਆਏਗਾ ਪੀ ਔਰਬਿਟਲ ਦੇ ਵਿੱਚ। ਪੀ ਔਰਬਿਟਲ ਦੇ ਵਿੱਚ ਕੀ ਆਏਗਾ? 5, ਠੀਕ ਹੈ। ਇਹ ਇਹਨਾਂ ਦੀ ਜਨਰਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਰੱਖੀ ਹੈ। ਨੈਕਸਟ ਬੇਟੇ ਆ ਜਾਂਦੇ ਇਹਦੇ ਵਿੱਚ ਆਪਣੇ ਕੋਲ ਅਟੋਮਿਕ ਐਂਡ ਫਿਜ਼ੀਕਲ ਪ੍ਰੋਪਰਟੀਜ਼। ਅਟੋਮਿਕ ਤੇ ਇਹਦੀਆਂ ਫਿਜ਼ੀਕਲ ਪ੍ਰੋਪਰਟੀਜ਼। ਅਟੋਮਿਕ ਪ੍ਰੋਪਰਟੀਜ਼। ਅਟੋਮਿਕ ਐਂਡ ਆਇਨਿਕ ਰੇਡੀਅਸ। ਹੈਲੋਜਨਸ ਹੈਵ ਦੀ ਸਮੋਲੈਸਟ ਅਟੋਮਿਕ ਰੇਡੀਅਸ ਇਨ ਦੇਅਰ ਰਿਸਪੈਕਟਿਵ ਪੀਰੀਅਡਸ। ਮਤਲਬ ਜੇ ਇਹਨੂੰ ਆਪਾਂ ਗਰੁੱਪ 16 ਨਾਲ ਚੈੱਕ ਕਰਦੇ ਹਾਂ, ਗਰੁੱਪ 17 ਨੂੰ, ਅਤੇ ਇਹਨਾਂ ਦਾ ਅਟੋਮਿਕ ਰੇਡੀਅਸ ਕੀ ਆਏਗਾ? ਛੋਟਾ ਆਏਗਾ, ਠੀਕ ਹੈ। ਕਿਉਂਕਿ ਬੇਟੇ ਆਪਾਂ ਨੂੰ ਪਤਾ ਹੈ ਜਦੋਂ ਪੀਰੀਓਡਿਕ ਟੇਬਲ ਦੇ ਵਿੱਚ ਆਪਾਂ ਲੈਫਟ ਟੂ ਰਾਈਟ ਮੂਵ ਕਰਦੇ ਹਾਂ, ਨਿਊਕਲੀਅਰ ਚਾਰਜ ਇਨਕਰੀਜ਼ ਹੁੰਦਾ, ਸ਼ੈੱਲਾਂ ਸੇਮ ਰਹਿੰਦੀਆਂ ਨੇ, ਅਤੇ ਸਾਈਜ਼ ਕੀ ਹੋ ਜਾਂਦਾ ਬੇਟੇ? ਡਿਕਰੀਜ਼ ਹੋ ਜਾਂਦਾ, ਠੀਕ ਹੈ। ਆਇਨਾਈਜੇਸ਼ਨ ਇੰਥੈਲਪੀ। ਦੀ ਆਇਨਾਈਜੇਸ਼ਨ ਹਾਂ, ਇਹਦੇ 'ਚ ਜੇ ਆਪਾਂ ਡਾਊਨ ਦੀ ਗਰੁੱਪ ਜਾਂਦੇ ਹਾਂ, ਡਾਊਨ ਦੀ ਗਰੁੱਪ ਤਾਂ ਆਪਾਂ ਕਿਸੇ ਮਰਜ਼ੀ ਚਲੇ ਜਾਈਏ, ਅਟੋਮਿਕ ਸਾਈਜ਼ ਹਮੇਸ਼ਾ ਇਨਕਰੀਜ਼ ਹੁੰਦਾ ਹੈ। ਆਇਨਾਈਜੇਸ਼ਨ ਇੰਥੈਲਪੀ। ਦੀ ਆਇਨਾਈਜੇਸ਼ਨ ਇੰਥੈਲਪੀ ਆਫ ਹੈਲੋਜਨਸ ਆਰ ਵੈਰੀ ਹਾਈ, ਨੈਕਸਟ ਓਨਲੀ ਟੂ ਦੀ ਇਨਰਟ ਗੈਸ ਇਨ ਦੀ ਈਚ ਪੀਰੀਅਡਸ, ਠੀਕ ਹੈ ਬੇਟੇ। ਆਇਨਾਈਜੇਸ਼ਨ ਇੰਥੈਲਪੀ ਇਹਨਾਂ ਦੀ ਕੀ ਹੁੰਦੀ ਹੈ? ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ ਜੀ। ਕਿਉਂਕਿ ਆਪਾਂ ਨੂੰ ਪਤਾ ਲੈਫਟ ਟੂ ਰਾਈਟ ਜਾਂਦੇ ਹਾਂ ਤਾਂ ਆਇਨਾਈਜੇਸ਼ਨ ਇੰਥੈਲਪੀ ਵੀ ਇਨਕਰੀਜ਼ ਹੁੰਦੀ ਹੈ। ਇਲੈਕਟ੍ਰੋਨ ਗੇਨ ਇੰਥੈਲਪੀ। Halogens have one electron less than the nearest noble gas configuration, therefore they have strong tendency to accept an additional electron and hence halogens have large electron gain enthalpy, ਠੀਕ ਹੈ। ਇਹਨਾਂ ਦੀ ਨੈਗੇਟਿਵ ਹੁੰਦੀ ਹੈ ਇਲੈਕਟ੍ਰੋਨ ਗੇਨ ਇੰਥੈਲਪੀ, ਠੀਕ ਹੈ ਬੇਟੇ। ਕਿਉਂਕਿ ਸਿਰਫ ਇਹਨਾਂ ਨੂੰ ਇੱਕ ਇਲੈਕਟ੍ਰੋਨ ਚਾਹੀਦਾ ਹੈ। ਪਿੱਛੇ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀਤੀ ਇਹਨਾਂ ਦੀ NS2NP5, ਮਤਲਬ 6 ਹੁੰਦੇ ਆ ਪੀ ਦੇ ਵਿੱਚ, ਸਿਰਫ ਇਹਨਾਂ ਨੂੰ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੈ। ਅਤੇ ਇੱਕ ਇਲੈਕਟ੍ਰੋਨ ਲੈ ਕੇ ਫਟਾਫਟ ਕਿਹਦੇ ਬਰਾਬਰ ਕਰਦੇ ਆ? ਨੋਬਲ ਗੈਸਾਂ ਦੇ ਬਰਾਬਰ ਕਰਦੇ ਆ। ਇੱਕ ਯਾਦ ਰੱਖਣਾ ਬੇਟੇ, ਇਲੈਕਟ੍ਰੋਨ ਗੇਨ ਇੰਥੈਲਪੀ ਜਿਹੜੀ ਕਲੋਰੀਨ ਦੀ ਹੈ ਉਹ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ? ਫਲੋਰੀਨ ਨਾਲੋਂ ਵੀ। ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਵੀ ਇਲੈਕਟ੍ਰੋਨ ਗੇਨ ਇੰਥੈਲਪੀ ਕਲੋਰੀਨ ਦੀ ਕਿਉਂ ਜ਼ਿਆਦਾ ਹੈ ਫਲੋਰੀਨ ਨਾਲੋਂ? ਕਿਉਂ? ਕਿਉਂਕਿ ਫਲੋਰੀਨ ਦਾ ਸਾਈਜ਼ ਬੇਟੇ ਛੋਟਾ ਹੁੰਦਾ ਹੈ, ਜਿੰਦੀ ਵਜ੍ਹਾ ਨਾਲ, ਛੋਟੇ ਸਾਈਜ਼ ਦੀ ਵਜ੍ਹਾ ਨਾਲ ਇਲੈਕਟ੍ਰੋਨ ਬਹੁਤ ਕਲੋਜ਼ ਪਏ ਹੁੰਦੇ ਨੇ, ਅਤੇ ਨਵਾਂ ਜਿਹੜਾ ਇਲੈਕਟ੍ਰੋਨ ਆਉਣਾ ਹੁੰਦਾ ਹੈ ਉਹਨੂੰ ਜਗ੍ਹਾ ਨਹੀਂ ਮਿਲਦੀ ਉੱਥੇ। ਇਲੈਕਟ੍ਰੋਨਾਂ ਦੇ ਵਿੱਚ ਰਿਪਲਸ਼ਨ, ਫੋਰਸ ਆਫ ਰਿਪਲਸ਼ਨ ਆ ਜਾਂਦੀ ਹੈ, ਠੀਕ ਹੈ, ਜਿਸ ਕਰਕੇ ਨਿਊ ਇਲੈਕਟ੍ਰੋਨ ਜਲਦੀ ਜਿਹਾ ਐਡ ਨਹੀਂ ਹੁੰਦਾ। ਬਟ ਕਲੋਰੀਨ ਦਾ ਸਾਈਜ਼ ਕੀ ਹੁੰਦਾ? ਵੱਡਾ ਹੁੰਦਾ। ਅਤੇ ਪੇਨ ਦੇ ਵਿੱਚ ਵੀ 7 ਇਲੈਕਟ੍ਰੋਨ ਹੁੰਦੇ ਨੇ ਲਾਸਟ ਸ਼ੈਲ ਦੇ ਵਿੱਚ, ਸਾਈਜ਼ ਵੱਡਾ ਹੈ। ਇਲੈਕਟ੍ਰੋਨਾਂ ਦੇ ਵਿੱਚ ਡਿਸਟੈਂਸ ਵੀ ਜ਼ਿਆਦਾ ਹੁੰਦਾ, ਦੂਰ ਪਏ ਹੁੰਦੇ ਨੇ, ਸਪੇਸ ਬਹੁਤ ਪਿਆ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਨਵਾਂ ਇਲੈਕਟ੍ਰੋਨ ਆ ਕੇ ਐਡਜਸਟ ਹੋ ਜਾਂਦਾ ਇਹਨਾਂ ਵਿੱਚ। ਇਲੈਕਟ੍ਰੋਨ ਐਕਟੀਵਿਟੀ। ਸਮੋਲ ਸਾਈਜ਼ ਹੋਣ ਦੀ ਵਜ੍ਹਾ ਨਾਲ ਇਹਨਾਂ ਸਾਰਿਆਂ ਦੀ ਇਲੈਕਟ੍ਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ। ਫਲੋਰੀਨ ਦੀ ਪੂਰੀ ਪੀਰੀਓਡਿਕ ਟੇਬਲ ਦੇ ਵਿੱਚ ਇਲੈਕਟ੍ਰੋਨ ਐਕਟੀਵਿਟੀ ਸਭ ਤੋਂ ਵੱਧ ਹੈ, ਠੀਕ ਹੈ ਜੀ। ਫਿਜ਼ੀਕਲ ਪ੍ਰੋਪਰਟੀਜ਼। ਅਟੋਮਿਸਿਟੀ। ਈਚ ਐਲੋਜਨ ਹੈਵ 1 ਇਲੈਕਟ੍ਰੋਨ ਲੈਸ ਦੈਨ ਨੀਅਰੈਸਟ ਇਨਰਟ ਗੈਸ, ਠੀਕ ਹੈ, ਜਿੰਦੀ ਵਜ੍ਹਾ ਨਾਲ ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੇ ਆ ਅਤੇ ਹਮੇਸ਼ਾ ਆਪਾਂ ਨੂੰ ਡਾਇਆਟੋਮਿਕ ਮਿਲਦੇ ਆ। ਕਿਹੜੀ ਫੋਰਮ 'ਚ ਮਿਲਦੇ ਆ? ਹਮੇਸ਼ਾ ਆਪਾਂ ਨੂੰ ਡਾਇਆਟੋਮਿਕ। ਫਿਜ਼ੀਕਲ ਸਟੇਟ। ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਜਦੋਂ ਆਪਾਂ ਡਾਊਨ ਦੀ ਗਰੁੱਪ ਜਾਂਦੇ ਹਾਂ ਬੇਟੇ, ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਹਮੇਸ਼ਾ ਹੀ ਇਨਕਰੀਜ਼ ਹੁੰਦਾ ਹੈ, ਕਿਉਂਕਿ ਅਟੋਮਿਕ ਨੰਬਰ ਇਨਕਰੀਜ਼ ਹੋਏਗਾ, ਅਟੋਮਿਕ ਸਾਈਜ਼ ਇਨਕਰੀਜ਼ ਹੋਏਗਾ, ਅਤੇ ਡਾਊਨ ਦੀ ਗਰੁੱਪ ਜਾਵਾਂਗੇ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਵੀ ਕੀ ਹੋਏਗਾ? ਇਨਕਰੀਜ਼। ਨੋਨ ਮੈਟੈਲਿਕ ਕਰੈਕਟਰ। ਡਾਊਨ ਦੀ ਗਰੁੱਪ ਜਾਂਦੇ ਹਾਂ ਬੇਟੇ, ਮੈਟੈਲਿਕ ਕਰੈਕਟਰ ਇਨਕਰੀਜ਼ ਹੁੰਦੇ ਨੇ। ਲੈਫਟ ਟੂ ਰਾਈਟ ਜਾਂਦੇ ਹਾਂ, ਨੋਨ ਮੈਟੈਲਿਕ ਕਰੈਕਟਰ ਇਨਕਰੀਜ਼ ਹੁੰਦੇ ਨੇ। ਜੇ ਆਪਾਂ ਇਹਨੂੰ ਗਰੁੱਪ 17 ਨੂੰ ਗਰੁੱਪ 16 ਆਕਸੀਜਨ ਫੈਮਿਲੀ ਨਾਲ ਚੈੱਕ ਕਰਾਂਗੇ ਅਤੇ ਇਹਨਾਂ ਦੇ ਨੋਨ ਮੈਟੈਲਿਕ ਕਰੈਕਟਰ ਜ਼ਿਆਦਾ ਹੋਣਗੇ, ਕਿਉਂਕਿ ਇਹ ਰਾਈਟ ਸਾਈਡ 'ਤੇ ਪਿਆ, ਅਤੇ ਰਾਈਟ ਸਾਈਡ 'ਤੇ ਜਾਂਦੇ ਹਾਂ ਅਤੇ ਨੋਨ ਮੈਟੈਲਿਕ ਕਰੈਕਟਰ ਕੀ ਹੁੰਦੇ ਨੇ? ਇਨਕਰੀਜ਼। ਇੰਥੈਲਪੀ ਆਫ ਡਿਸੋਸੀਏਸ਼ਨ, ਠੀਕ ਹੈ। ਇੰਥੈਲਪੀ ਆਫ ਡਿਸੋਸੀਏਸ਼ਨ ਡਿਕਰੀਜ਼ ਹੁੰਦੀ ਹੈ ਜਦੋਂ ਇਹਨਾਂ ਦੇ ਵਿੱਚ ਬੌਂਡ ਡਿਸਟੈਂਸ ਇਨਕਰੀਜ਼ ਹੋਏਗਾ।
मतलब जिन्ना ਵੱਡਾ ਸਾਈਜ਼ ਉਹਨੂੰ ਤੋੜਨਾ ਉਨਾ ਹੀ ਕੀ ਹੋਏਗਾ, ਆਸਾਨ ਹੋਏਗਾ। ਫਲੋਰੀਨ ਦਾ ਸਾਈਜ਼ ਛੋਟਾ ਹੈ, ਉਹਨੂੰ ਤੋੜਨਾ ਮੁਸ਼ਕਿਲ ਹੈ। ਆਇਓਡੀਨ ਦਾ ਸਾਈਜ਼ ਵੱਡਾ ਹੈ, ਉਹਨੂੰ ਤੋੜਨਾ ਕੀ ਹੈ, ਈਜ਼ੀ ਹੈ। ਡਾਊਨ ਦੀ ਗਰੁੱਪ ਜਾਂਦੇ ਹਾਂ, ਇੰਥੈਲਪੀ ਆਫ ਡਿਸੋਸੀਏਸ਼ਨ ਕੀ ਹੁੰਦੀ ਹੈ ਬੇਟੇ, ਡਿਕਰੀਜ਼। ਕਲਰ ਆਲ ਦੀ ਹੈਲੋਜਨਸ ਆਰ ਕਲਰਡ, ਸਾਰੇ ਕਲਰਡ ਹੁੰਦੇ ਆ। ਦ ਕਲਰ ਆਫ ਹੈਲੋਜਨ ਇਜ਼ ਐਕਚੁਅਲੀ ਦੀ ਕਲਰ ਆਫ ਦੇਅਰ ਟਰਾਂਸਮਿਟਡ ਲਾਈਟ। ਠੀਕ ਹੈ, ਇਹਨਾਂ ਦੇ ਕਲਰ ਦਿਖਾ ਰੱਖਿਆ ਬੇਟੇ ਆਪਾਂ ਨੂੰ। Solubility F2 and Cl2 react with water, Br2 and I2 are springly soluble in water but are soluble in various organic solvent। ठीक है बेटे, मतलब F2Cl2 ਜਿਹੜਾ ਹੁੰਦਾ बेटे वाटर ਨਾਲ रिएक्ट कर ਜਾਂਦਾ, बट Br2 I2 थोड़ा घट रिएक्ट करता है। नेचर ऑफ बॉन्ड, ये ज़्यादातर बेटे इलैक्ट्रॉन गेन करते हैं तो आयनिक इलैक्ट्रोपॉजिटिव एलीमेंट नाल रिएक्ट करके, ठीक है, जो मतलब कि ये मैटल्स नाल रिएक्ट करेंगे उदों आयनिक बॉन्ड बनाउणगे, तो जो ही किसी नॉन मैटल नाल रिएक्ट करेंगे उदों कोवलेंट बॉन्ड बनाउणगे। ठीक है बेटे, ये भी नोट कर लेना। फिर आंदी ने बेटे इन्हां दी फिजिकल प्रॉपर्टीज़। ऑक्सीडेशन स्टेट, जिहड़ा फ्लोरीन है वो कल्ला बेटे -1 ऑक्सीडेशन स्टेट, मतलब सारे दे सारे ये -1 ऑक्सीडेशन स्टेट तो शो करते ही करते हैं, बट फ्लोरीन कल्ला नैगेटिव शो करता है, फ्लोरीन पॉजिटिव नहीं शो करता, बाकी इन्होंने पॉजिटिव भी शो करते हैं, +1 +3 +5 तो +7। बस एक फ्लोरीन ही है जो कल्ला नैगेटिव शो करेगा, पॉजिटिव शो नहीं करेगा, बाकी ये पॉजिटिव भी शो कर सकते हैं। क्लोरीन, ब्रोमीन, आयोडीन, मतलब नैगेटिव तो सारे करते ही करते हैं, सारे के सारे नैगेटिव तो -1 करते ही करते हैं, बट फ्लोरीन को छड्ड के क्लोरीन, ब्रोमीन तो आयोडीन पॉजिटिव भी शो कर लेंगे हैं। ठीक है बेटे, नैक्सट है बेटे अपने को आ जाएगा, ये तो चलो दिखा रखा भी ग्राउंड स्टेट के भी आपको NS NP हो गया अपने को, जिमें कि ग्राउंड स्टेट के आपको दिखा रखा भी इतने कितनी ऑक्सीडेशन स्टेट शो की जाएगी, -1, ठीक है, या +1 कि शो की जाएगी -1 या +1। डी ऑर्बिटल एम्प्टी पई है, जे आपका इलैक्ट्रॉन इधर को भेज दें, हुण इत्थे कितनी शो करेगा, +3, क्योंकि 3 हाफ फिल्ड ऑर्बिटल ने, तो जिहड़ियां हाफ फिल्ड ऑर्बिटल होंदियां ने हमेशा यही बॉन्डिंग दे विच काम होंदियां ने। ठीक है जी, जे ये इलैक्ट्रॉन होर इधर चला गया एक, फिर इत्थे की हो जाएगी +5, 3 तो 2 5। जे एस वाला इलैक्ट्रॉन भी इधर गया डी विच, तो इत्थे कितनी हो जाएगी +7। क्लोरीन, ब्रोमीन, आयोडीन शो करते हैं, बट फ्लोरीन हमेशा ही -1 शो करेगा। ठीक है जी, नैक्सट आ जाता बेटे कैमिकल रिएक्टिविटी। इन्हों की रिएक्टिविटी टूवर्ड्स हाइड्रोजन, हाइड्रोजन नाल रिएक्ट करके हाइड्राइड्स हाइड्रोजन हैलाइड्स बनाओगे HX की फॉर्म में, जिमें HF हो गया, HCl हो गया, HI हो गया, HBr हो गया। ठीक है, HCl आप पढ़ते ही हैं, ठीक है, HF भी पढ़ते हैं आप। ऑल दी हैलोजन कंबाइन विद हाइड्रोजन टू फॉर्म हाइड्रोजन हैलाइड्स HX की फॉर्म के जनरल फॉर्मूला। दी रिएक्टिविटी ऑफ हैलोजन टूवर्ड हाइड्रोजन डिक्रीज फ्रॉम फ्लोरीन टू आयोडीन, जिमें जिमें डाउन दी ग्रुप जाने रिएक्टिविटी हाइड्रोजन के नाल इन्हां दी की होंदी है, घटदी शुरू हो जाती। क्यों? क्योंकि आयोडीन का साइज बहुत बड़ा आ जाता है। ठीक है बेटी, प्रॉपर्टीज़ ऑफ हाइड्रोजन हैलाइड्स, हाइड्रोजन हैलाइड्स दी प्रॉपर्टीज़ देखो बेटे, जिन्हां HF है ये लिक्विड होंदा है। ठीक है, लो बॉइलिंग लिक्विड होंदा है, बाकी गैसिस आ जाते हैं ज़्यादातर। हाइड्रोजन फ्लोराइड इज़ लो बॉइलिंग लिक्विड, वेयर एज HBr, HCl, HI आर दी गैसिस। क्यों ये क्वेश्चन पूछा जा सकता है, वाई HF इज़ ए लो बॉइलिंग लिक्विड बट HBr इज़ गैसिस। क्यों? क्योंकि HF विच बेटे हाइड्रोजन बॉन्डिंग आ जाती है। द एनालॉगस बिहेवियर HF इज़ ड्यू टू दी presence of intermolecular hydrogen bonding in its molecules, it exists and associated molecules। ठीक है बेटे, इहदे विच की आ जाता है अपने को हाइड्रोजन बॉन्डिंग आ जाती है, जिंदी वजह नाल इन्हां दा लो बॉइलिंग पॉइंट होंदा है। ठीक है बेटे, हाइड्रोजन बॉन्डिंग का तो पता ही होएगा सबनूं। मेल्टिंग एंड बॉइलिंग पॉइंट अमंगस्ट हैलोजन हैलाइड्स, द बॉइलिंग पॉइंट ऑफ HF इज़ हाईएस्ट। उन्होंने पता आपां नूं पता है HF का बॉइलिंग पॉइंट भी ज़्यादा होएगा। क्यों? क्योंकि इहदे H बॉन्डिंग है बेटे। बाकियां च की होंदी है, बाकियां च होंदी है वीक वैन डर वाल फोर्स। नैक्सट बेटे आ जाता है रिएक्टिविटी टूवर्ड मैटल्स। बिकॉज ऑफ हाई ऑक्सीडेशन पावर हैलोजन्स कंबाइन डायरैक्टली विद मोस्ट मैटल इन द फॉर्म ऑफ देयर कॉरस्पॉन्डिंग हैलाइड्स। फॉर एग्जाम्पल मतलब ये मैटल्स नाल रिएक्ट करते हैं बेटे, तो आयनिक कंपाउंड बनाउणगे। रिएक्टिविटी ऑफ हैलोजन्स टूवर्ड हैलोजन्स, इंटर हैलोजन कंपाउंड्स। ठीक है बेटे, हैलोजन का हैलोजन नाल रिएक्ट करना। ठीक है बेटे, इन्होंने आप की कह दें इंटर हैलोजन कंपाउंड्स। जो हैलोजन रिएक्ट विद ईच ऑफ द फॉर्म नंबर ऑफ कंपाउंड्स कॉल्ड इंटर हैलोजन कंपाउंड्स। कई टाइप के बनाते हैं X X' X X' 3 X X' 5 X X' 7।
ਆਪਾਂ ਪੜ੍ਹ ਕੇ ਆਏ ਹਾਂ +1 +3 +5 ਅਤੇ +7 ਆਕਸੀਡੇਸ਼ਨ ਸਟੇਟ ਸ਼ੋ ਕਰਦੇ ਆ। ਜਿਹੜਾ X ਹੋਏਗਾ ਉਹ ਲਾਰਜਰ ਸਾਈਜ਼ ਹੋਏਗਾ, ਠੀਕ ਹੈ, ਮਤਲਬ ਲੈਸ ਇਲੈਕਟ੍ਰੋਨੈਗੇਟਿਵ ਹੋਏਗਾ। ਜਿਹੜਾ X' ਹੋਏਗਾ ਉਹ ਸਮੋਲਰ ਸਾਈਜ਼ ਹੋਏਗਾ, ਮਤਲਬ ਮੋਰ ਇਲੈਕਟ੍ਰੋਨੈਗੇਟਿਵ ਹੋਏਗਾ, ਠੀਕ ਹੈ। ਬਾਕੀ ਇਹਨਾਂ ਨੂੰ ਆਪਾਂ ਅੱਗੇ ਡਿਸਕਸ ਕਰ ਲਾਂਗੇ। ਹਾਂਜੀ ਬੇਟੇ, ਇਹ ਸੀ ਆਪਣੇ ਕੋਲ ਅੱਜ ਦੇ ਟੋਪਿਕ, ਠੀਕ ਹੈ। ਵੀ ਹੈਲੋਜਨ ਫੈਮਿਲੀ ਬਾਰੇ ਆਪਾਂ ਪੜ੍ਹ ਰਹੇ ਹਾਂ, ਗਰੁੱਪ 17 ਬਾਰੇ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ, ਉਹਨਾਂ ਦੀਆਂ ਕੁਛ ਪੜ੍ਹ ਕੇ ਆਏ ਹਾਂ ਬੇਟੇ ਆਪਾਂ ਅਟੋਮਿਕ ਫਿਜ਼ੀਕਲ ਪ੍ਰੋਪਰਟੀਜ਼, ਅਟੋਮਿਕ ਪ੍ਰੋਪਰਟੀਜ਼ ਜਾਂ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼, ਠੀਕ ਹੈ। ਨੈਕਸਟ ਬੇਟੇ ਆਪਾਂ ਨੈਕਸਟ ਵੀਡੀਓ 'ਚ ਪੜ੍ਹ ਲਾਂਗੇ ਐਨੋਮਿਸ ਬਿਹੇਵੀਅਰ ਆਫ ਫਲੋਰੀਨ। ਓਕੇ ਬੇਟੇ, ਥੈਂਕ ਯੂ।